ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਕੁਝ ਅਪਡੇਟਸ ਲੈ ਕੇ ਮੈਂ ਵਰੁਣ ਕੌਰ ਮਾਨ ਹਾਜ਼ਰ ਹਾਂ। ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਗੈਰ ਪ੍ਰਵਾਸੀਆਂ ਦੀ ਵੱਧ ਆਮਦ ਕਾਰਨ ਮੈਸਾਚੂਸੇਟਸ ਦੀ ਗਵਰਨਰ ਵੱਲੋਂ ਸਟੇਟ ਐਮਰਜੈਂਸੀ ਦਾ ਐਲਾਨ। ਡੌਂਕੀ ਲਗਾ ਕੇ ਇਟਲੀ ਜਾ ਰਹੇ 630 ਲੋਕਾਂ ਦੀ ਜਾਨ ਤੇ ਬਣੀ ਡੁੱਬਦੀਆਂ ਕਿਸ਼ਤੀਆਂ ਨੂੰ ਕੀਤਾ ਗਿਆ ਰੈਸਕਿਊ। ਗੈਰ ਕਾਨੂੰਨੀ ਢੰਗ ਨਾਲ ਦੱਖਣੀ ਅਫਰੀਕਾ 'ਚ ਦਾਖਲ ਦੀ ਕੋਸ਼ਿਸ਼ ਕਰ ਰਹੇ 67 ਪਾਕਿਸਤਾਨੀ ਭੇਜੇ ਗਏ ਵਾਪਸ। ਟੈਕਸਸ 'ਚ ਸਰਹੱਦ ਪਾਰ ਕਰਦਿਆਂ 18 ਦੀ ਮੌਤ, 2 ਲਾਪਤਾ। ਅਮਰੀਕਾ 'ਚ ਗੈਰ ਕਾਨੂੰਨੀ ਘੁਸਪੈਠ ਰੋਕਣ ਦੇ ਲਈ ਟੈਕਸਾਸ ਗਵਰਨਰ ਐਬੋਟ ਕਰਨਗੇ ਹਮਖਿਆਲੇ ਰਿਪਬਲਿਕਨ ਗਵਰਨਰਾਂ ਦੇ ਨਾਲ ਮੁਲਾਕਾਤ। 2020 ਤੋਂ ਬਾਅਦ ਸਭ ਤੋਂ ਵੱਧ ਪ੍ਰਵਾਸੀ ਨਜ਼ਰਬੰਦੀਆਂ, ਦੁਰਵਿਵਹਾਰ ਦੀਆਂ ਮਿਲੀਆਂ ਰਿਪੋਰਟਾਂ। UK FTA ਦੇ ਹਿੱਸੇ ਵਜੋਂ ਭਾਰਤੀਆਂ ਲਈ ਵਰਕ ਵੀਜ਼ਾ ਨਿਯਮਾਂ 'ਚ ਢਿੱਲ ਦੇ ਸਕਦਾ ਹੈ। ਤੁਸੀਂ ਦੇਖ ਰਹੇ ਹੋ ਵੀਕਲੀ ਇਮੀਗ੍ਰੇਸ਼ਨ ਅਪਡੇਟ। ਬਾਰਡਰ ਟੱਪ ਕੇ ਅਮਰੀਕਾ ਪਹੁੰਚ ਰਹੇ ਪ੍ਰਵਾਸੀਆਂ ਦੀ ਇੰਨੀ ਜ਼ਿਆਦਾ ਭਰਮਾਰ ਹੋ ਗਈ ਹੈ ਕਿ ਹੁਣ ਇੱਥੋਂ ਦੇ 50 ਰਾਜਾਂ ਵਿੱਚ ਬਹੁਤੇ ਗਵਰਨਰਾਂ ਨੇ ਇਹਨਾਂ ਪ੍ਰਵਾਸੀਆਂ ਨੂੰ ਆਪਣੇ ਰਾਜ ਵਿੱਚ ਲਿਆਉਣ ਤੋਂ ਰੋਕਣਾ ਸ਼ੁਰੂ ਕਰ ਦਿੱਤਾ ਹੈ। ਇਸੇ ਤਰ੍ਹਾਂ ਮੈਸਾਚੂਸੇਟਸ ਦੀ ਗਵਰਨਰ ਮੌਰਾ ਨੇ ਵੀ ਗੈਰ ਪ੍ਰਵਾਸੀਆਂ ਨੂੰ ਆਪਣਾ ਰਾਜ ਵਿੱਚ ਪਨਾਹ ਦੇਣ ਤੋਂ ਪਾਸਾ ਵੱਟ ਲਿਆ ਹੈ। ਇੱਕ ਬਿਆਨ 'ਚ ਉਹਨਾਂ ਨੇ ਕਿਹਾ ਹੈ ਕਿ ਇੱਥੇ ਪਹਿਲਾਂ ਤੋਂ ਹੀ ਗੈਰ ਪ੍ਰਵਾਸੀ ਭਾਰੀ ਗਿਣਤੀ 'ਚ ਪਹੁੰਚ ਚੁੱਕੇ ਨੇ, ਜਿਨ੍ਹਾਂ ਨੂੰ ਹੁਣ ਇੱਥੇ ਸਾਂਭਣਾ ਮੁਸ਼ਕਿਲ ਹੋ ਗਿਆ ਹੈ। ਅਮਰੀਕੀ ਗ੍ਰਹਿ ਸੁਰੱਖਿਆ ਦੇ ਸਕੱਤਰ ਅਲਹੈਂਡਰੋ ਨੂੰ ਸੰਬੋਧਨ ਦੇ ਇੱਕ ਪੱਤਰ 'ਚ ਗਵਰਨਰ ਹੈਲੀ ਨੇ ਕਿਹਾ ਹੈ ਕਿ ਦੁਖਦਾਈ ਗੱਲ ਹੈ ਕਿ ਮੈਸਾਚੂਸੇਟਸ ਵਿੱਚ ਪ੍ਰਵਾਸੀਆਂ ਦੀ ਗਿਣਤੀ ਹੱਦ ਤੋਂ ਵੱਧ ਹੋ ਗਈ ਹੈ, ਜਿਸ ਕਰਕੇ ਇੱਥੇ ਸ਼ੈਲਟਰ ਹੋਮ ਭਰ ਗਏ ਨੇ। ਇਹਨਾਂ 'ਚ ਹਜ਼ਾਰਾਂ ਦੀ ਗਿਣਤੀ 'ਚ ਪਰਿਵਾਰ ਰਹਿ ਰਹੇ ਨੇ। ਕਈ ਪਰਿਵਾਰਾਂ ਨੂੰ ਹੋਟਲਾਂ ਤੇ ਮੋਟਲਾਂ 'ਚ ਵੀ ਪਨਾਹ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਫੈਡਰਲ ਦੀ ਸਹਾਇਤਾ ਤੋਂ ਬਿਨਾਂ ਹੁਣ ਹੋਰ ਪ੍ਰਵਾਸੀਆਂ ਨੂੰ ਰਾਜ ਵਿੱਚ ਸ਼ਰਨ ਦੇਣ 'ਚ ਮੁਸ਼ਕਿਲ ਆ ਰਹੀ ਹੈ। ਇਮੀਗ੍ਰੇਸ਼ਨ ਪ੍ਰਣਾਲੀ ਦੇ ਅੰਦਰ ਕਾਨੂੰਨੀ ਕੇਸਾਂ ਦੇ ਨਿਪਟਾਰੇ ਦੀ ਉਡੀਕ ਕਰ ਰਹੇ ਲੋਕਾਂ ਨੂੰ ਵਰਕ ਪਰਮਿਟ ਜਾਰੀ ਕਰਨ 'ਚ ਦੇਰੀ ਕਾਰਨ ਮੁਸ਼ਕਿਲ ਹੋਰ ਵੱਧ ਰਹੀ ਹੈ। US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਵਰਕ ਪਰਮਿਟਾਂ ਨੂੰ ਮਨਜ਼ੂਰੀ ਦੇਣ ਅਤੇ ਨਿਭਾਉਣ ਦੇ ਲਈ ਜ਼ਿੰਮੇਵਾਰ ਏਜੰਸੀ ਕੋਵਿਡ ਮਹਾਮਾਰੀ ਤੇ ਦੇਰੀ ਨੂੰ ਜ਼ਿੰਮੇਵਾਰ ਠਹਿਰਾਉਂਦੀ ਹੈ, ਜਿਸ ਨੇ ਕਿਹਾ ਕਿ ਇਸ ਦੇ ਸਰੋਤਾਂ ਵਿੱਚ ਤਣਾਅ ਤੇ ਪ੍ਰਕਿਰਿਆਵਾਂ 'ਚ ਵਿਘਨ ਪਿਆ। ਉਹਨਾਂ ਨੇ ਕਿਹਾ ਕਿ ਮੈਸਾਚੂਸੇਟਸ ਇਕਲੌਤਾ ਅਜਿਹਾ ਰਾਜ ਹੈ ਜਿਸ ਕੋਲ ਆਸਰਾ ਦਾ ਅਧਿਕਾਰ ਕਾਨੂੰਨ ਹੈ, ਜਿਸ ਲਈ ਯੋਗ ਪਰਿਵਾਰਾਂ ਨੂੰ ਤੁਰੰਤ ਰਿਹਾਇਸ਼ ਪ੍ਰਦਾਨ ਕਰਨ ਦੀ ਲੋੜ ਹੁੰਦੀ ਹੈ। ਜ਼ਿਕਰਯੋਗ ਹੈ ਕਿ ਅੱਜਕੱਲ੍ਹ ਮੈਕਸੀਕੋ ਬਾਰਡਰ ਤੋਂ ਭਾਰੀ ਗਿਣਤੀ ਵਿੱਚ ਪ੍ਰਵਾਸੀ ਅਮਰੀਕਾ 'ਚ ਦਾਖਲ ਹੋ ਰਹੇ ਨੇ ਅਤੇ ਅਮਰੀਕਾ ਦੀਆਂ ਵੱਖ-ਵੱਖ ਸਟੇਟਾਂ ਵਿੱਚ ਜਾ ਰਹੇ ਨੇ, ਜਿਸ ਕਰਕੇ ਇੱਥੇ ਬੇਰੁਜ਼ਗਾਰੀ ਪੈਦਾ ਹੋਣ ਦੀ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਹੈ। ਟਿਊਨੀਸ਼ੀਆ ਦੇ ਭੂ-ਮੱਧ ਸਾਗਰ ਪਾਰ ਕਰਕੇ ਇਟਲੀ ਜਾਣ ਦੀਆਂ 18 ਗੈਰ ਕਾਨੂੰਨੀ ਇਮੀਗ੍ਰੇਸ਼ਨ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਅਤੇ 630 ਲੋਕਾਂ ਨੂੰ ਡੁੱਬਦੀਆਂ ਕਿਸ਼ਤੀਆਂ ਤੋਂ ਬਚਾਇਆ ਗਿਆ। ਟਿਊਨੀਸ਼ੀਆ ਦੇ ਨੈਸ਼ਨਲ ਗਾਰਡ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਨੈਸ਼ਨਲ ਗਾਰਡ ਨੇ ਆਪਣੇ ਫੇਸਬੁੱਕ ਪੇਜ ਤੇ ਪੋਸਟ ਕੀਤੇ ਇੱਕ ਬਿਆਨ 'ਚ ਕਿਹਾ ਕਿ ਟਿਊਨੀਸ਼ੀਅਨ ਮਰੀਨ ਗਾਰਡ ਨੇ ਸੋਮਵਾਰ ਦੇਰ ਰਾਤ ਦੇਸ਼ ਦੇ ਕੇਂਦਰੀ ਤੱਟ ਤੋਂ ਗੈਰ ਕਾਨੂੰਨੀ ਇਮੀਗ੍ਰੇਸ਼ਨ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ। ਬਿਆਨ 'ਚ ਕਿਹਾ ਗਿਆ ਹੈ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਸਮੂਹਾਂ 'ਚ ਵੱਖ-ਵੱਖ ਅਫਰੀਕੀ ਕੌਮੀਅਤਾਂ ਦੇ 550 ਵਿਅਕਤੀ ਸ਼ਾਮਲ ਨੇ ਅਤੇ ਬਾਕੀ ਟਿਊਨੀਸ਼ੀਆ ਦੇ ਨਾਗਰਿਕ ਨੇ। ਭੂ-ਮੱਧ ਸਾਗਰ ਵਿੱਚ ਸਥਿਤ ਟਿਊਨੀਸ਼ੀਆ ਯੂਰਪ ਵਿੱਚ ਗੈਰ ਕਾਨੂੰਨੀ ਪ੍ਰਵਾਸ ਲਈ ਸਭ ਤੋਂ ਮਸ਼ਹੂਰ ਟ੍ਰਾਂਜ਼ਿਟ ਪੁਆਇੰਟਸ 'ਚੋਂ ਇੱਕ ਹੈ। ਹਾਲਾਂਕਿ ਟਿਊਨੀਸ਼ੀਆ ਦੇ ਅਧਿਕਾਰੀਆਂ ਨੇ ਸਮੱਸਿਆ ਦਾ ਮੁਕਾਬਲਾ ਕਰਨ ਦੇ ਲਈ ਸਖਤ ਕਦਮ ਚੁੱਕੇ, ਪਰ ਟਿਊਨੀਸ਼ੀਆ ਤੋਂ ਇਟਲੀ ਜਾਣ ਦੀ ਕੋਸ਼ਿਸ਼ ਕਰਨ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਦੱਖਣੀ ਅਫਰੀਕਾ 'ਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ 67 ਪਾਕਿਸਤਾਨੀ ਨਾਗਰਿਕਾਂ ਨੂੰ ਵਾਪਸ ਮੋੜ ਦਿੱਤਾ ਗਿਆ। ਦੇਸ਼ ਦੇ ਗ੍ਰਹਿ ਮੰਤਰੀ ਡਾਕਟਰ ਆਰੋਨ ਨੇ ਜਾਣਕਾਰੀ ਦਿੱਤੀ ਹੈ ਕਿ ਇਮੀਗ੍ਰੇਸ਼ਨ ਟੈਸਟ ਵਿੱਚ ਫੇਲ ਹੋਣ ਤੋਂ ਬਾਅਦ ਐਤਵਾਰ ਤੜਕੇ ਪਾਕਿਸਤਾਨੀ ਨਾਗਰਿਕਾਂ ਨੂੰ ਰੋਕ ਦਿੱਤਾ ਗਿਆ ਸੀ। ਉਹਨਾਂ ਨੂੰ ਪੁੱਛਿਆ ਗਿਆ ਸੀਗਾ ਕਿ ਉਹ ਆਪਣੇ ਵੀਜ਼ਾ ਕਾਰਨ ਦੇਸ਼ ਵਿੱਚ ਕਿੰਨਾ ਸਮਾਂ ਰਹਿ ਸਕਦੇ ਨੇ। ਇਹ ਗੱਲ ਪਿਛਲੇ ਐਤਵਾਰ ਦੀ ਹੈ। ਗ੍ਰਹਿ ਮੰਤਰਾਲਾ ਦੇ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਇਹਨਾਂ ਪਾਕਿਸਤਾਨੀਆਂ ਨੂੰ 13 ਅਗਸਤ ਨੂੰ ਇਮੀਗ੍ਰੇਸ਼ਨ ਟੈਸਟ ਵਿੱਚ ਸਫਲ ਰਹਿਣ ਤੋਂ ਬਾਅਦ ਦੱਖਣੀ ਅਫਰੀਕਾ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ। ਇਸ ਜਾਂਚ ਦੌਰਾਨ ਉਹਨਾਂ ਨੂੰ ਪੁੱਛੇ ਗਏ ਸਵਾਲਾਂ ਵਿੱਚ ਇਹ ਵੀ ਸ਼ਾਮਲ ਸੀਗਾ ਕਿ ਉਹਨਾਂ ਨੇ ਜੋ ਵੀਜ਼ਾ ਹੈ ਉਹ ਕਿੰਨੇ ਸਮੇਂ ਤੱਕ ਦੇਸ਼ ਵਿੱਚ ਰਹਿਣ ਦਾ ਅਧਿਕਾਰ ਦਿੰਦਾ ਹੈ। ਉਹਨਾਂ ਨੂੰ ਪਾਕਿਸਤਾਨ ਵਾਪਸ ਭੇਜ ਦਿੱਤਾ ਗਿਆ ਹੈ। ਟੈਕਸਾਸ ਦੇ ਗਵਰਨਰ ਗ੍ਰੇਗ ਐਬੋਟ ਮੈਕਸੀਕੋ ਤੋਂ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ਦੇ ਲਈ ਹਮਖਿਆਲੇ ਰਿਪਬਲਿਕਨ ਗਵਰਨਰਾਂ ਨਾਲ ਮੁਲਾਕਾਤ ਕਰਨਗੇ। ਇਹਨਾਂ ਵਿੱਚ ਆਇਓਵਾ ਦੇ ਗਵਰਨਰ ਕਿਮ
ਨੇਬਰਾਸਕਾ ਦੇ ਗਵਰਨਰ ਜਿਮ, ਓਕਲਾਹੋਮਾ ਦੇ ਗਵਰਨਰ ਕੈਬਨ, ਦੱਖਣੀ ਡਕੋਟਾ ਦੀ ਗਵਰਨਰ ਕ੍ਰਿਸਟੀ ਸ਼ਾਮਲ ਨੇ। ਇਹਨਾਂ ਸਾਰੇ 4 ਗਵਰਨਰਾਂ ਨੇ ਆਪਰੇਸ਼ਨ ਲੋਨ ਸਟਾਰ ਲਈ ਸਮਰਥਨ ਅਤੇ ਸਰੋਤਾਂ ਦਾ ਵਾਅਦਾ ਕੀਤਾ, ਜੋ ਕਿ 2021 ਵਿੱਚ ਇਹ ਬੋਰਡ ਦੁਆਰਾ ਸ਼ੁਰੂ ਕੀਤੀ ਗਈ ਰਾਜ ਦੀ ਸਰਹੱਦ ਸੁਰੱਖਿਆ ਪਹਿਲ ਕਦਮੀ ਹੈ। ਟੈਕਸਾਸ ਨੇ ਇਸ ਪਹਿਲ ਕਦਮੀ ਤੇ ਹੁਣ ਤੱਕ 5 ਬਿਲੀਅਨ ਤੋਂ ਵੱਧ ਖਰਚ ਕੀਤੇ ਨੇ। ਗਵਰਨਰ ਗ੍ਰੇਗ ਨੇ ਕਿਹਾ ਹੈ ਕਿ ਘੁਸਪੈਠ ਦੀ ਆੜ ਵਿੱਚ ਹਥਿਆਰਬੰਦ ਤਸਕਰ ਵੀ ਅਮਰੀਕਾ 'ਚ ਘੁਸਪੈਠ ਕਰ ਰਹੇ ਨੇ। ਟੈਕਸਾਸ ਨੇ ਗੈਰ ਕਾਨੂੰਨੀ ਸਰਹੱਦ ਲਾਂਘਿਆਂ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਰੀਓ ਗ੍ਰਾਂਡੇ ਨਦੀ ਦੇ ਕੁਝ ਹਿੱਸਿਆਂ ਵਿੱਚ ਬੈਰੀਅਰ ਲਾਉਣੇ ਸ਼ੁਰੂ ਕਰ ਦਿੱਤੇ। ਇਸ ਬੈਰੀਅਰ ਦੇ ਵਿੱਚ ਕੁਝ ਲੋਕ ਫਸ ਕੇ ਮਾਰੇ ਜਾ ਚੁੱਕੇ ਅਤੇ ਕੋਰਟ ਦਾ ਵੀ ਕਹਿਣਾ ਹੈ ਕਿ ਬੈਰੀਅਰ ਅਣਮਨੁੱਖੀ ਨੇ। ਮੈਕਸੀਕੋ ਦਾ ਬਾਰਡਰ ਕ੍ਰਾਸ ਕਰਦਿਆਂ ਬਹੁਤ ਸਾਰੇ ਲੋਕ ਰਸਤੇ ਵਿੱਚ ਹੀ ਮਾਰੇ ਜਾਂਦੇ ਨੇ। ਟੈਕਸਾਸ ਸਰਹੱਦ ਦੇ ਨਜ਼ਦੀਕ ਰੇਗਿਸਤਾਨ ਵਿੱਚ ਇੱਕ ਵਾਰ ਫਿਰ ਅਮਰੀਕਾ ਦੀ ਸਰਹੱਦ ਪਾਰ ਕਰਦਿਆਂ ਕੁਝ ਲੋਕਾਂ ਦੇ ਮਾਰੇ ਜਾਣ ਦਾ ਸਮਾਚਾਰ ਮਿਲਿਆ। ਮੈਕਸੀਕੋ ਦੀ ਨੈਸ਼ਨਲ ਮਾਈਗ੍ਰੇਸ਼ਨ ਇੰਸਟੀਚਿਊਟ ਨੇ ਵੀਰਵਾਰ ਨੂੰ ਦੱਸਿਆ ਕਿ ਪਿਛਲੇ ਦਿਨੀ ਮਨੁੱਖੀ ਤਸਕਰਾਂ ਦਾ ਇੱਕ ਗਰੁੱਪ ਉੱਥੋਂ ਤੁਰਿਆ, ਪਰ ਕੁਝ ਲੋਕ ਰਸਤੇ ਵਿੱਚ ਮਾਰੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਜ਼ਮੀਨੀ ਅਤੇ ਹਵਾ ਦੁਆਰਾ ਵੱਖ-ਵੱਖ ਥਾਵਾਂ ਦੀ ਖੋਜ ਕੀਤੀ ਗਈ ਅਤੇ 2 ਲਾਸ਼ਾਂ ਮਿਲੀਆਂ। ਬਾਜ਼ਾ ਨਾਰੋਕੋ ਸ਼ਮਸ਼ਾਨ ਘਾਟ ਵਿੱਚ ਵੀ 18 ਮ੍ਰਿਤਕ ਦੇਹਾਂ ਪਹੁੰਚਣ ਦਾ ਸਮਾਚਾਰ ਮਿਲਿਆ। ਰੇਗਿਸਤਾਨ ਇਲਾਕੇ ਵਿੱਚ ਗਰਮੀ ਜ਼ਿਆਦਾ ਹੋਣ ਕਾਰਨ ਰਸਤਿਆਂ 'ਚ ਪਾਣੀ ਤੱਕ ਵੀ ਪੀਣ ਨੂੰ ਨਹੀਂ ਮਿਲਦਾ, ਜਿਸ ਕਰਕੇ ਬਹੁਤ ਸਾਰੇ ਲੋਕ ਰਸਤੇ ਵਿੱਚ ਹੀ ਦਮ ਤੋੜ ਜਾਂਦੇ ਨੇ। ਤਾਜ਼ਾ ਅੰਕੜਿਆਂ ਦੇ ਅਨੁਸਾਰ ਜੁਲਾਈ ਵਿੱਚ ਸੰਘੀ ਨਜ਼ਰਬੰਦੀ 'ਚ ਸ਼ਰਨ ਮੰਗਣ ਵਾਲੇ ਪ੍ਰਵਾਸੀਆਂ ਦੀ ਗਿਣਤੀ 3 ਸਾਲਾਂ 'ਚ ਆਪਣੇ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਈ ਹੈ। 30 ਜੁਲਾਈ ਤੱਕ ਯੂਐਸ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਜਾਂ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਦੇ ਦੁਆਰਾ ਸੰਚਾਲਿਤ ਨਜ਼ਰਬੰਦੀ ਸਹੂਲਤਾਂ 30,438 ਪ੍ਰਵਾਸੀ ਰੱਖੇ ਗਏ ਸੀ। ਜੁਲਾਈ ਦੇ ਅੱਧ ਵਿੱਚ 31,064 ਗੈਰ ਨਾਗਰਿਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ, ਜੋ ਕਿ ਟਰੰਪ ਪ੍ਰਸ਼ਾਸਨ ਦੇ ਅਧੀਨ ਅਪ੍ਰੈਲ 2020 ਤੋਂ ਬਾਅਦ ਅਮਰੀਕਾ 'ਚ ਸਭ ਤੋਂ ਵੱਧ ਨਜ਼ਰਬੰਦੀ ਹੈ। ਸਾਰੇ ਨਜ਼ਰਬੰਦਾਂ ਵਿੱਚੋਂ ਲਗਭਗ 1/3 ਨੂੰ ਟੈਕਸਾਸ ਵਿੱਚ ICE ਸਹੂਲਤਾਂ ਵਿੱਚ ਰੱਖਿਆ ਗਿਆ ਹੈ। ਅਗਸਤ 2019 ਵਿੱਚ ਟਰੰਪ ਪ੍ਰਸ਼ਾਸਨ ਦੌਰਾਨ ਕੋਵਿਡ-19 ਮਹਾਮਾਰੀ ਦੇ ਸ਼ੁਰੂਆਤੀ ਦਿਨਾਂ 'ਚ ਨਜ਼ਰਬੰਦੀਆਂ 55,600 ਤੋਂ ਵੱਧ ਗਈਆਂ ਅਤੇ ਫਿਰ ਅਪ੍ਰੈਲ 2020 ਦੇ ਅਖੀਰ ਤੱਕ 30,000 ਤੋਂ ਹੇਠਾਂ ਆ ਗਈਆਂ। NPR ਦੁਆਰਾ ਪ੍ਰਾਪਤ ਕੀਤੀ ਗਈ ਇੱਕ ਰਿਪੋਰਟ ਦੇ ਵਿੱਚ ICE ਨਜ਼ਰਬੰਦੀ ਸੁਵਿਧਾਵਾਂ 'ਚ ਲਾਪਰਵਾਹੀ ਦੀਆਂ ਸਥਿਤੀਆਂ ਉਸ ਸਮੇਂ ਦੀ ਮਿਆਦ ਤੋਂ ਪਹਿਲਾਂ ਦੀਆਂ ਨੇ। ਨਿਰੀਖਣ ਰਿਪੋਰਟਾਂ ਸਿਵਲ ਰਾਈਟਸ ਐਂਡ ਸਿਵਲ ਲਿਬਰਟੀਜ਼ ਲਈ ਹੋਮਲੈਂਡ ਸਿਕਿਉਰਿਟੀ ਦੇ ਦਫ਼ਤਰ ਦੁਆਰਾ ਨਿਯੁਕਤ ਕੀਤੇ ਗਏ ਮਾਹਰਾਂ ਦੁਆਰਾ ਲਿਖੀਆਂ ਗਈਆਂ ਸੀ, ਜਿਨ੍ਹਾਂ 'ਚ 2017 ਤੋਂ 2019 ਤੱਕ 16 ਰਾਜਾਂ 'ਚ 2 ਦਰਜਨ ਤੋਂ ਵੱਧ ਸਹੂਲਤਾਂ ਦੀ ਜਾਂਚ ਕੀਤੀ। NPR ਨੇ ਸੂਚਨਾ ਪ੍ਰਾਪਤ ਕਰਨ ਦੇ ਲਈ ਸੂਚਨਾ ਦੀ ਆਜ਼ਾਦੀ ਕਾਨੂੰਨ ਦੇ ਤਹਿਤ ਸ਼ੁਰੂ ਕੀਤਾ, ਕਿਉਂਕਿ ਇੱਕ ਰਿਪੋਰਟ ਦੇ ਅਨੁਸਾਰ ਨਜ਼ਰਬੰਦਾਂ ਦੀ ਡਾਕਟਰੀ ਦੇਖਭਾਲ ਅਤੇ ਹੋਰ ਸਹੂਲਤਾਂ ਵਿੱਚ ਅਣਗਹਿਲੀਆਂ ਪਾਈਆਂ ਜਾ ਰਹੀਆਂ ਸਨ। ਇਸ ਦੇ ਨਾਲ-ਨਾਲ ਨਜ਼ਰਬੰਦਾਂ ਨਾਲ ਗਲਤ ਵਿਵਹਾਰ ਕੀਤਾ ਜਾ ਰਿਹਾ ਸੀ। ਵਿੱਤੀ ਸਾਲ 2023 ਵਿੱਚ ਹੁਣ ਤੱਕ ਪੀਅਰਸਾਲ ਟੈਕਸਾਸ ਵਿੱਚ ਦੱਖਣੀ ਟੈਕਸਾਸ ICE ਪ੍ਰੋਸੈਸਿੰਗ ਸੈਂਟਰ ਵਿੱਚ ਔਸਤਨ 1,252 ਪ੍ਰਤੀ ਦਿਨ ICE ਨਜ਼ਰਬੰਦਾਂ ਦੀ ਸਭ ਤੋਂ ਵੱਡੀ ਗਿਣਤੀ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ICE ਦੇ ਐਲਾਨ ਕੀਤਾ ਕਿ ਇੱਕ ਵਿਵਾਦਪੂਰਨ ATD ਪ੍ਰੋਗਰਾਮ ਦਾ ਵਿਸਥਾਰ ਕਰ ਰਿਹਾ, ਜੋ ਪਨਾਹ ਮੰਗਣ ਵਾਲਿਆਂ ਤੇ ਰੋਕ ਤਾਂ ਲਾਏਗਾ, ਪਰ ਉਹਨਾਂ ਨੂੰ ਨਜ਼ਰਬੰਦੀ ਦੀਆਂ ਸਹੂਲਤਾਂ ਤੋਂ ਬਾਹਰ ਰੱਖੇਗਾ। ਯੂਨਾਈਟਿਡ ਕਿੰਗਡਮ ਭਾਰਤ ਨਾਲ ਆਪਣੇ ਮੁਕਤ ਵਪਾਰ ਸਮਝੌਤੇ ਤਹਿਤ ਪੇਸ਼ੇਵਰਾਂ ਲਈ ਕੰਮਕਾਜੀ ਵੀਜ਼ਾ ਨਿਯਮਾਂ ਨੂੰ ਸੌਖਾ ਬਣਾਉਣ ਤੇ ਵਿਚਾਰ ਕਰ ਸਕਦਾ ਹੈ। UK ਭਾਰਤੀ ਪੇਸ਼ੇਵਰਾਂ ਲਈ ਕੁਝ ਵੀਜ਼ਾ ਨਿਯਮਾਂ ਵਿੱਚ ਢਿੱਲ ਦੇਣ ਦੇ ਲਈ ਤਿਆਰ ਹੈ। ਭਾਰਤੀ ਅਧਿਕਾਰੀਆਂ ਨੇ ਬਲੂਮਬਰਗ ਨੂੰ ਗੱਲਬਾਤ ਨਿੱਜੀ ਰੱਖਣ ਦੇ ਲਈ ਵੀ ਕਿਹਾ। ਹਾਲਾਂਕਿ ਇੱਕ ਬ੍ਰਿਟਿਸ਼ ਅਧਿਕਾਰੀ ਨੇ ਸੰਕੇਤ ਦਿੱਤਾ ਕਿ ਕਿਸੇ ਵੀ ਵੀਜ਼ਾ ਵਿੱਚ ਛੋਟ ਸੀਮਤ ਹੋਣ ਦੀ ਸੰਭਾਵਨਾ ਹੈ। UK ਵਿੱਚ ਇਮੀਗ੍ਰੇਸ਼ਨ ਇੱਕ ਸਿਆਸੀ ਤੌਰ ਤੇ ਸੰਵੇਦਨਸ਼ੀਲ ਵਿਸ਼ਾ ਹੈ। UK ਨੇ ਹੁਣ ਤੱਕ ਭਾਰਤ ਨਾਲ FTA ਦੇ ਤਹਿਤ ਆਪਣੇ ਵੀਜ਼ਾ ਅਤੇ ਇਮੀਗ੍ਰੇਸ਼ਨ ਨਿਯਮਾਂ 'ਚ ਕਿਸੇ ਵੀ ਤਰ੍ਹਾਂ ਦੀ ਸਹਿਮਤੀ ਦੇਣ ਤੋਂ ਇਨਕਾਰ ਕੀਤਾ ਹੈ। ਪਿਛਲੇ ਸਾਲ ਭਾਰਤ ਅਤੇ UK ਵਿਚਕਾਰ ਗੱਲਬਾਤ ਅਕਤੂਬਰ ਦੀ ਸਮਾਂ ਸੀਮਾ ਤੋਂ ਬਾਅਦ ਸੌਦੇ 'ਚ ਦੇਰੀ ਕਰਕੇ ਹਜ਼ਾਰਾਂ ਹੁਨਰਮੰਦ ਕਾਮਿਆਂ ਤੱਕ ਆਸਾਨ ਪਹੁੰਚ ਨੂੰ ਲੈ ਕੇ ਰੁਕਾਵਟ ਬਣ ਗਈ ਸੀ। ਇਸ ਸਨ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਕੁਝ ਅਪਡੇਟਸ। ਫਿਲਹਾਲ ਵਰੁਣ ਕੌਰ ਮਾਨ ਨੂੰ ਦਿਓ ਆਗਿਆ ਤੇ ਤੁਸੀਂ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ ਜੀ। ਸ਼ੁਕਰੀਆ, ਸਤਿ ਸ਼੍ਰੀ ਅਕਾਲ।